Hello my dear students, once again welcome to Mentor Daljit's Tech Academy. आज ਦੇ ਇਸ ਲੈਸਨ ਦੇ ਵਿੱਚ ਅਸੀਂ ਕਵਰ ਕਰਨ ਜਾ ਰਹੇ ਹਾਂ one of the very important topic of CSS which is selectors. CSS selectors ਕੀ ਹੁੰਦੇ ਨੇ? ਸੋ ਜਿਸ ਤਰੀਕੇ ਨਾਲ ਅਸੀਂ HTML ਦੇ ਅੰਦਰ ਉਸ ਐਲੀਮੈਂਟਸ ਨੂੰ ਫਾਈਂਡ ਕਰਨਾ ਹੁੰਦਾ ਹੈ ਜਿਸ ਦੇ ਉੱਪਰ ਅਸੀਂ ਸਟਾਈਲ ਕਰੀਏ ਉਸ ਨੂੰ ਅਸੀਂ CSS selector ਬੋਲਦੇ ਹਾਂ. So it means CSS selectors are used to select the HTML elements where we want to apply the style. ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ selectors ਉਸ particular section ਨੂੰ target ਕਰਦੇ ਨੇ ਜਿਸ ਨੂੰ ਅਸੀਂ ਸਟਾਈਲ ਕਰਨਾ ਹੁੰਦਾ ਹੈ. ਸੋ ਉਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ various types of selectors. So various types of selectors ਅਗਰ CSS ਦੇ ਵਿੱਚ ਗੱਲ ਕਰੀਏ ਤਾਂ ਬਹੁਤ ਸਾਰੇ ਨੇ ਜਿਸ ਤਰ੍ਹਾਂ simple selector, universal selector, pseudo selectors, combination selectors and many more. ਪਰ ਅੱਜ ਜੋ ਅਸੀਂ ਗੱਲ ਕਰਾਂਗੇ ਉਹ ਸਿਰਫ simple selectors ਔਰ universal selectors ਦੀ ਹੈ. ਸੋ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ CSS ਦੇ ਅੰਦਰ universal selector ਦੀ. ਸੋ universal selector as the name specifies ਇਹ ਜੋ selector ਹੈ ਇਹ ਸਾਰੇ tags ਨੂੰ ਸਾਰੇ HTML elements ਨੂੰ represent ਕਰੇਗਾ. ਸੋ ਇਸ ਨੂੰ ਯੂਜ਼ ਕਰਨ ਲਈ ਅਸੀਂ star ਯੂਜ਼ ਕਰਦੇ ਹਾਂ. ਸੋ ਲੈਟਸ ਡੂ ਇਟ ਪ੍ਰੈਕਟੀਕਲੀ. ਸੋ ਇਸ ਨੂੰ ਪ੍ਰੈਕਟੀਕਲੀ ਕਰਨ ਦੇ ਲਈ ਮੈਂ ਇੱਕ ਨਿਊ ਫਾਈਲ ਕ੍ਰੀਏਟ ਕਰਾਂਗੀ ਬਾਈ ਕਲਿਕਿੰਗ ਔਨ ਦ ਪਲੱਸ ਬਟਨ ਔਰ ਨਿਊ ਫਾਈਲ ਨੂੰ ਸੇਵ ਕਰ ਰਹੀ ਹਾਂ ਵਿਦ ਦ ਨੇਮ lesson14.html. ਉਸ ਤੋਂ ਬਾਅਦ ਅਸੀਂ ਆਪਣੀ ਬੋਇਲਰ ਪਲੇਟ ਨੂੰ ਲੈ ਕੇ ਲਾਈਵ ਸਰਵਰ ਨੂੰ ਮੈਂ ਸਟਾਪ ਕਰਕੇ ਸਟਾਰਟ ਕਰ ਰਹੀ ਹਾਂ ਸੋ ਦੈਟ ਆਈ ਕੈਨ ਸੀ ਦੀ ਆਊਟਪੁੱਟ ਆਫ ਮਾਈ lesson 14. ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਸੀ ਯੂਨੀਵਰਸਲ ਸਿਲੈਕਟਰ ਦੀ. ਸੋ CSS ਲਿਖਣ ਦੇ ਲਈ ਸਭ ਤੋਂ ਪਹਿਲੇ ਅਸੀਂ ਹੈਡ ਸੈਕਸ਼ਨ ਦੇ ਅੰਦਰ style tag ਲਿਖਣਾ ਹੁੰਦਾ ਹੈ. as you know we have to write style tag inside the head section. ਇਹ ਸਾਡੇ internal CSS ਨੂੰ ਲਿਖਣ ਦਾ ਇੱਕ ਵੇ ਹੈ. ਅਸੀਂ star ਦੇ ਨਾਲ ਜਿੰਨੇ ਵੀ ਐਲੀਮੈਂਟਸ ਅਸੀਂ HTML ਪੇਜ ਦੇ ਵਿੱਚ ਅਪਲਾਈ ਕਰਾਂਗੇ ਉਹਨਾਂ ਸਭ ਨੂੰ ਸਟਾਈਲ ਕਰ ਸਕਦੇ ਹਾਂ. ਫॉर ਐਗਜ਼ਾਮਪਲ ਅਸੀਂ ਸਾਰੇ ਐਲੀਮੈਂਟਸ ਦਾ ਜੋ ਬੈਕਗ੍ਰਾਉਂਡ ਕਲਰ ਹੈ ਉਹ ਇੱਕ ਵਾਰ ਸੈੱਟ ਕਰ ਰਹੇ ਹਾਂ. ਲੈਟਸ ਅਸਿਊਮ ਆਈ ਐਮ ਸੈਟਿੰਗ ਇਟ ਟੂ aquamarine and in the same way ਇਹਨਾਂ ਦਾ ਇੱਕ ਟੈਕਸਟ ਕਲਰ ਵੀ ਚੇਂਜ ਕਰ ਰਹੇ ਹਾਂ. ਕਲਰ I am changing it to blue. ਜਦੋਂ ਹੀ ਅਸੀਂ ਇਸ body tag ਦੇ ਅੰਦਰ ਕੁਝ ਟੈਕਸਟ ਲਿਖਾਂਗੇ ਆਟੋਮੈਟਿਕਲੀ ਉਹ ਟੈਕਸਟ ਬਲੂ ਦੇ ਵਿੱਚ ਆਏਗਾ. so for example welcome to CSS and save this text is in blue. so ਜਿੰਨੇ ਵੀ ਐਲੀਮੈਂਟਸ ਇਸ HTML ਪੇਜ ਦੇ ਵਿੱਚ ਲੱਗਣਗੇ ਉਹਨਾਂ ਸਭ ਦੇ ਯੂਨੀਵਰਸਲ ਸਿਲੈਕਟਰ ਦੇ ਅੰਦਰ ਲਿਖੇ ਹੋਏ ਸਟਾਈਲ ਅਪਲਾਈ ਹੋਣਗੇ. ਸੋ ਇਹ ਹੈ ਯੂਨੀਵਰਸਲ ਸਿਲੈਕਟਰ. ਨਾਓ ਲੈਟਸ ਸੀ ਵਾਟ ਆਰ ਸਿੰਪਲ ਸਿਲੈਕਟਰ. ਸਿੰਪਲ ਸਿਲੈਕਟਰਸ ਜੋ ਹੁੰਦੇ ਨੇ ਉਹ HTML ਦੇ ਐਲੀਮੈਂਟਸ ਨੂੰ ਸਿਲੈਕਟ ਕਰਦੇ ਨੇ ਬੇਸਡ ਔਨ ਦੀ ਐਲੀਮੈਂਟ ਨੇਮ, ID ਜਾਂ ਫਿਰ ਕਲਾਸ ਜਾਂ ਕੁਝ ਐਟਰੀਬਿਊਟਸ ਵਗੈਰਾ ਦੇ ਨਾਲ. ਨਾਓ ਲੈਟਸ ਡੂ ਇਟ ਪ੍ਰੈਕਟੀਕਲੀ. ਐਲੀਮੈਂਟਸ ਦੇ ਨਾਲ ਸਿਲੈਕਟ ਕਰਨਾ ਜੋ ਵੀ ਸਾਡੇ ਕੋਲ ਟੈਗ ਲੱਗਿਆ ਹੋਏਗਾ ਅਸੀਂ ਉਸ ਦੇ ਨਾਲ ਐਲੀਮੈਂਟ ਨੂੰ ਸਿਲੈਕਟ ਕਰ ਸਕਦੇ ਹਾਂ. For example, to style the body section, you can use the body tag style section ਦੇ ਅੰਦਰ. In the same way, ਅਗਰ ਤੁਸੀਂ H1 ਨੂੰ style ਕਰਨਾ ਚਾਹੁੰਦੇ ਹੋ ਤਾਂ ਤੁਸੀਂ H1 ਦੇ ਅੰਦਰ ਉਸ ਦੀ property or value ਲਿਖ ਸਕਦੇ ਹੋ. So let's assume ਕਿ I have some heading here H1 ਔਰ ਅਸੀਂ ਇਸ ਨੂੰ style ਕਰਨਾ ਚਾਹੁੰਦੇ ਹਾਂ CSS selectors. This is the heading, but I want to give it some different color, different background color or some different text color. So to change its text color, I'm using color property, color colon, the value of the property black. So ਇਸ ਤਰੀਕੇ ਨਾਲ ਅਸੀਂ ਸਿਰਫ H1 ਦੇ ਉੱਪਰ ਹੀ ਇਹ ਸਟਾਈਲ ਅਪਲਾਈ ਕੀਤਾ. ਇਟ ਮੀਨਸ ਕਿ ਐਲੀਮੈਂਟ ਨੂੰ ਸਿਲੈਕਟ ਕਰਨ ਲਈ ਜੋ HTML ਐਲੀਮੈਂਟਸ ਨੇ ਜਿਨ੍ਹਾਂ ਨੂੰ ਅਸੀਂ ਟੈਗ ਦੇ ਨਾਲ ਸਿਲੈਕਟ ਕਰ ਸਕਦੇ ਹਾਂ ਉਹ ਹੋ ਗਏ ਸਾਡੇ HTML ਐਲੀਮੈਂਟ ਸਿਲੈਕਟਰਸ. ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਲਾਸ ਔਰ ID ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੁੰਦਾ ਹੈ. ਕਲਾਸ ਜਾਂ ID ਨੂੰ ਯੂਜ਼ ਕਰਨ ਦੇ ਲਈ ਅਸੀਂ div tag ਯੂਜ਼ ਕਰਦੇ ਹਾਂ. ਸੋ ਸਭ ਤੋਂ ਪਹਿਲੇ ਮੈਂ ਇੱਕ div section ਲੈ ਲਿਆ ਹੈ. ਸੋ div section ਦੇ ਅੰਦਰ for example I have some text or some paragraph here. ਸੋ ਕੁਝ paragraph Lauren ਦੇ ਨਾਲ ਲਿਖ ਰਹੇ ਹਾਂ ਔਰ ਉਸ ਤੋਂ ਬਾਅਦ another paragraph and then again Lauren. so it means ਕਿ ਦੋ paragraph ਹੋ ਗਏ ਨੇ ਸਾਡੇ ਕੋਲ ਔਰ ਇਹ ਮੇਰਾ ਇੱਕ div section ਹੈ. ਇੱਕ div ਨੂੰ ਕਾਪੀ ਕਰ ਲਿਆ ਹੈ and I'm going to paste. ਸੋ ਮੇਰੇ ਕੋਲ ਦੋ div section ਨੇ ਪਰ ਮੈਂ ਜੋ ਸਟਾਈਲ ਅਪਲਾਈ ਕਰਨਾ ਚਾਹੁੰਦੀ ਹਾਂ ਫਰਸਟ div section ਦੇ ਉੱਪਰ ਅਪਲਾਈ ਕਰਨਾ ਹੈ ਸੈਕੰਡ div section ਦੇ ਉੱਪਰ ਨਹੀਂ ਕਰਨਾ ਜਾਂ ਡਿਫਰੈਂਟ ਸਟਾਈਲ ਅਪਲਾਈ ਕਰਨਾ ਹੈ. ਸੋ ਇਸ ਦੇ ਲਈ ਜੋ ਕਿ ਸਾਡੇ ਕੋਲ HTML ਐਲੀਮੈਂਟ ਨਾ ਹੋਏ. ਸੋ ਇਸ ਦੇ ਲਈ ਅਗਰ ਮੈਂ div tag ਯੂਜ਼ ਕਰਾਂਗੀ ਤਾਂ ਦੋਨਾਂ ਪੈਰਾਗ੍ਰਾਫਸ ਸੋ ਸਾਰੇ ਹੀ ਪੈਰਾਗ੍ਰਾਫਸ ਦੇ ਉੱਪਰ ਸਟਾਈਲ ਅਪਲਾਈ ਹੋ ਜਾਏਗਾ. ਸੋ ਵਾਟ ਆਈ ਨੀਡ ਇਜ਼ ਕਿ ਮੈਂ ਇਹਨਾਂ ਦੋਨੋਂ div sections ਨੂੰ ਸੈਪਰੇਟ ਕਰਨਾ ਚਾਹੁੰਦੀ ਹਾਂ. ਉਹਨੂੰ ਸੈਪਰੇਟ ਕਰਨ ਦੇ ਲਈ ਤੁਸੀਂ ਕਲਾਸ ਡਿਫਾਈਨ ਕਰੋਗੇ. ਕਲਾਸ ਨੂੰ CSS ਦੇ ਵਿੱਚ ਡਾਟ ਦੇ ਨਾਲ ਡਿਫਾਈਨ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਤੁਸੀਂ ਕੋਈ ਵੀ ਨੇਮ ਸਪੈਸੀਫਾਈ ਕਰ ਸਕਦੇ ਹੋ ਜੋ ਵੀ ਤੁਸੀਂ ਕਲਾਸ ਦਾ ਨਾਮ ਰੱਖਣਾ ਚਾਹੋ.
For example, this is my section 1, so I'm giving it sec1 name. So sec dot ਤੋਂ ਬਾਅਦ ਅਸੀਂ sec1 ਲਿਖ ਦਿੱਤਾ, it means this is section 1. So ਉਸ ਤੋਂ ਬਾਅਦ ਅਸੀਂ ਇਸ ਦਾ background color change ਕਰਦੇ ਹਾਂ. Background color, let's assume this color has been changed. And now how can I apply this style? So ਇਸ ਨੂੰ apply ਕਰਨ ਦੇ ਲਈ ਜਿਸ ਵੀ section ਦੇ ਉੱਪਰ ਤੁਸੀਂ ਇਸ style ਨੂੰ apply ਕਰਨਾ ਚਾਹੁੰਦੇ ਹੋ, for example ਉੱਪਰ ਵਾਲੇ div section ਦੇ ਉੱਪਰ apply ਕਰਨਾ ਹੈ, then I will write here class is equal to, in the double quotes I will specify the name of the class which is sec1. So जिस section ਦੇ ਉੱਪਰ apply ਕਰਨਾ ਹੈ ਉੱਥੇ class ਦਾ ਨਾਮ ਦੇ ਦੋਗੇ. ਉਸ ਹੀ particular div section ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ background color ਆਇਆ, it means ਜਿਹੜਾ ਪਹਿਲਾ div section ਸੀ ਸਿਰਫ ਉਸ particular div section ਦਾ background color change ਹੋਇਆ. So ਇਹ ਅਸੀਂ class ਦੇ ਨਾਲ change ਕਰ ਪਾਏ, ਪਰ ਇਸ ਦੇ ਲਈ ਮੈਨੂੰ universal selector ਵੀ ਹਟਾਉਣਾ ਪਿਆ ਕਿਉਂਕਿ universal selector ਸਾਰੇ tags ਦੇ ਉੱਪਰ apply ਕਰ ਰਿਹਾ ਸੀ style. So similarly ਅਗਰ suppose ਕਰੋ ਕਿ ਤੁਸੀਂ ਇੱਕ different color ਦੇਣਾ ਚਾਹੁੰਦੇ ਹੋ second div section ਦੇ ਲਈ, ਉਸ ਦੇ ਲਈ ਤੁਸੀਂ different style apply ਕਰ ਲੋਗੇ section 2, और उसके अंदर तुसी उदा डिफरेंट बैकग्राउंड कलर चूज कर सकते हो. और ये स्टाइल तुसी इस div सेक्शन नु देना चाहते हो तो उसके अंदर भी क्लास और उस क्लास का नाम सेक्शन 2 लिख दो, sec2, और इस सेकंड सेक्शन दे ऊपर बैकग्राउंड कलर चेंज हो गया. सो इट मीनस कि जदों भी तुसी क्लास नाल कलर स्टाइल डिफाइन करोगे उसनू अप्लाई करन दे लई उस पर्टिकुलर सेक्शन दे अंदर क्लास इज इक्वल टू डबल कोट्स के अंदर उस क्लास नू स्पेसिफाई करना पड़ेगा. And class is, and remember that class is always declared using dot. Similarly अगर तुसी यही style h1 ਦੇ ਉੱਪਰ ਵੀ apply ਕਰਨਾ ਚਾਹੁੰਦੇ ਹੋ ਤਾਂ ਤੁਸੀਂ h1 ਦੇ ਅੰਦਰ ਵੀ class ਲਿਖ ਸਕਦੇ ਹੋ. So h1 ਦੇ ਅੰਦਰ ਅਗਰ ਅਸੀਂ class is equal to sec2 ਲਿਖੀਏ, it means ਜੋ section 2 ਵਾਲਾ style ਹੈ ਉਹ h1 ਦੇ ਉੱਪਰ ਵੀ apply ਹੋ ਜਾਏਗਾ. So this is how class selector works in CSS. In the same way ਅਗਰ ਅਸੀਂ id specify ਕਰਨਾ ਹੋਏ, id specify ਕਰਨ ਦੇ ਲਈ ਅਸੀਂ dot ਦੀ ਜਗ੍ਹਾ ਤੇ हैश ऑपरेटर यूज करते हैं. सो हैश तो बाद तुसी आईडी स्पेसिफाई करोगे, मतलब नेम उस आईडी दा. लेट्स अज्यूम दिस इज माय हेडर सेक्शन. तो हेडर दे लई तो आईडी दे लई मैं ले लिया है header 1. header 1 ਦੇ ਲਈ ਵੀ for this time I am only changing its color to blue. ਪਰ ਇਹ ਆਈਡੀ ਅਪਲਾਈ ਕਰਨ ਦੇ ਲਈ ਜਿਸ ਵੀ ਜਗ੍ਹਾ ਤੇ ਤੁਸੀਂ ਆਈਡੀ ਅਪਲਾਈ ਕਰਨਾ ਚਾਹੁੰਦੇ ਹੋ ਉਸ ਦੇ ਨਾਲ ਆਈਡੀ ਸਪੈਸੀਫਾਈ ਕਰਨਾ ਹੋਏਗਾ. तो in the same way अगर तुसी h1 ਦੇ ਨਾਲ यूज करना है then you need to write here id is equal to header 1. So h1 ਦੇ ਉੱਪਰ जो कलर सी टेक्स्ट ਦਾ ਉਹ blue ਹੋ ਗਿਆ. तो किसी भी ਸੈਕਸ਼ਨ ਦੇ ਉੱਪਰ ਤੁਸੀਂ ਆਈਡੀ ਅਪਲਾਈ ਕਰ ਸਕਦੇ ਹੋ. ਆਈਡੀ ਨੂੰ ਡਿਕਲੇਅਰ ਕਰਨ ਦੇ ਲਈ ਹੈਸ਼ ਯੂਜ਼ ਕਰੋਗੇ, ਅਪਲਾਈ ਕਰਨ ਦੇ ਲਈ ਐਲੀਮੈਂਟ ਦੇ ਨਾਲ ਆਈਡੀ ਇਜ਼ ਇਕੁਅਲ ਟੂ ਉਸ ਆਈਡੀ ਦਾ ਨਾਮ ਲਿਖ ਦੋਗੇ. ਦੈਨ ਕਲਾਸ ਔਰ ਆਈਡੀ ਦੇ ਵਿੱਚ ਕੀ ਡਿਫਰੈਂਸ ਹੈ? ਐਕਚੁਅਲੀ ਕਲਾਸ ਨੂੰ ਅਸੀਂ ਮਲਟੀਪਲ ਟਾਈਮਸ ਆਪਣੇ ਵੈਬ ਪੇਜ ਦੇ ਉੱਪਰ ਯੂਜ਼ ਕਰ ਸਕਦੇ ਹਾਂ ਔਰ ਆਈਡੀ ਇਜ਼ ਰਿਕਮੈਂਡਡ ਟੂ ਯੂਜ਼ ਓਨਲੀ ਵਾਂਸ. ਜਿਸ ਤਰ੍ਹਾਂ ਹੈਡਰ ਸੈਕਸ਼ਨ ਹੈ ਉਸ ਦੇ ਲਈ ਕੋਈ ਡਿਫਰੈਂਟ ਸਟਾਈਲ ਹੈ ਜਿਹੜੇ ਕਿ ਅਸੀਂ ਇੱਕ ਵਾਰ ਹੀ ਪੇਜ ਦੇ ਉੱਪਰ ਯੂਜ਼ ਕਰਨੇ ਨੇ. ਫੁਟਰ ਸੈਕਸ਼ਨ ਹੈ ਜਿਸ ਦੇ ਉੱਪਰ ਅਸੀਂ ਸਿਰਫ ਇੱਕ ਵਾਰ ਹੀ ਸਟਾਈਲ ਅਪਲਾਈ ਕਰਨੇ ਨੇ ਔਰ ਇਸ ਤਰ੍ਹਾਂ ਦੇ ਸਟਾਈਲ ਨੂੰ ਅਸੀਂ ਆਈਡੀ ਦੇ ਅੰਦਰ डिफाइन कर सकते हैं. बट अदरवाइज वी कैन यूज क्लास. आई होप कि CSS ਦੇ ਇਹ ਸਾਰੇ selectors, simple selectors, universal selectors are clear to you and you will try to practice upon simple selectors and universal selectors and create a beautiful design. So remaining selectors and more about CSS we will do in the next section. Till then, take care and bye bye.